ਵੈਨਕੂਵਰ ਦੇ ਪ੍ਰੋਗਰਾਮ ਸਨਮੁਖ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਤ ਸਮੁੰਦਰੋਂ ਪਾਰ ਆ ਕੇ ਜਿਹੜੀਆਂ ਮੱਲਾਂ ਪੰਜਾਬੀਆਂ ਨੇ ਮਾਰੀਆਂ ਨੇ ਉਹਦਾ ਵਰਣਨ ਦੁਨੀਆ ਭਰ ਦੇ ਵਿੱਚ ਹੁੰਦਾ ਹੈ ਔਰ ਖਾਸ ਕਰਕੇ ਸਰੀ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਦੂਜਾ ਪੰਜਾਬ ਬ੍ਰਿਟਿਸ਼ ਕੋਲੰਬੀਆ ਰਾਜਧਾਨੀ ਦੇ ਵਿੱਚ ਵਸਿਆ ਔਰ ਇਸ ਰਾਜਧਾਨੀ ਦੇ ਵਿੱਚ ਪਤਾ ਨਹੀਂ ਇਸ ਸੂਬੇ ਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਅਹਿਮ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਵਿਰਸੇ ਨੂੰ, ਪੰਜਾਬੀ ਸਾਹਿਤ ਨੂੰ ਪਿਆਰ ਕੀਤਾ ਹੈ ਔਰ ਖਾਸ ਕਰਕੇ ਰਾਜਨੀਤਿਕ ਪਿੜ ਦੇ ਵਿੱਚ ਅੱਜ ਜਿੱਥੇ ਦਸਤਾਰਧਾਰੀ, ਅੰਮ੍ਰਿਤਧਾਰੀ ਡਿਫੈਂਸ ਮਿਨਿਸਟਰ ਨੇ ਇਸ ਮੁਲਕ ਦੇ, ਉੱਥੇ 5 ਹੋਰ ਗੁਰਸਿੱਖ ਦਸਤਾਰਧਾਰੀ ਪਾਰਲੀਮੈਂਟ ਦੇ ਵਿੱਚ ਜਦੋਂ ਬਹਿੰਦੇ ਨੇ ਤੇ ਸਿਰ ਸਾਡਾ ਉੱਚਾ ਹੁੰਦਾ ਮਾਣ ਦੇ ਨਾਲ। ਆਓ ਤੁਹਾਡੀ ਮੁਲਾਕਾਤ ਅੱਜ ਉਸ ਸ਼ਖਸੀਅਤ ਨਾਲ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਰਾਜਨੀਤਿਕ ਪਿੜ ਦੇ ਵਿੱਚ ਪਹਿਲੀ ਵਾਰੀ ਜਦੋਂ ਉਤਰੇ ਨੇ ਉਦੋਂ ਕੋਈ ਵੀ ਪੰਜਾਬੀ, ਕੋਈ ਵੀ ਦਸਤਾਰਧਾਰੀ ਅਜੇ ਰਾਜਨੀਤੀ ਦੇ ਵਿੱਚ ਨਹੀਂ ਸੀ ਆਇਆ। ਉਹਨਾਂ ਨਾਲ ਵਿਸ਼ੇਸ਼ ਮੁਲਾਕਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਵਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਸਰਦਾਰ ਮੋਤਾ ਸਿੰਘ ਚੀਤਾ ਜੀ, ਅੱਜ ਦੇ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। हाँ जी, बहुत बहुत धन्यवाद सरदार कुलदीप सिंह जी। मैं इस तो पहला कि कुछ कहा, मैं सिख चैनल UK ਨੂੰ ਹਾਰਦਿਕ ਤੌਰ 'ਤੇ ਦਿਲ ਤੋਂ ਵਧਾਈ ਦੇਣੀ ਚਾਹੁੰਦਾ ਕਿਉਂਕਿ ਹੁਣ ਤੁਸੀਂ ਇੱਥੇ ਕੈਨੇਡਾ ਨੂੰ ਵੀ ਆਪਣੇ ਨਾਲ ਜੋੜ ਲਿਆ ਅਤੇ ਕੈਨੇਡਾ ਧਰਤੀ ਉਹ ਹੈ ਜਿੱਥੇ ਸਾਡੇ ਬਜ਼ੁਰਗਾਂ ਨੇ ਆ ਕੇ ਅੱਜ ਤਕਰੀਬਨ 120 ਸਾਲ ਪਹਿਲਾਂ ਇੱਥੇ ਵਿੱਚ ਇੱਕ ਹਿੰਦੁਸਤਾਨ ਦਾ ਇਤਿਹਾਸ ਬਦਲ ਦਿੱਤਾ, ਜਿਨ੍ਹਾਂ ਨੇ ਆ ਕੇ ਹਿੰਦੁਸਤਾਨੀ ਆਜ਼ਾਦੀ ਵਾਸਤੇ ਇੱਥੇ ਘੋਲ ਘੁਲਿਆ। ਔਰ ਸਭ ਤੋਂ ਪਹਿਲਾਂ 1906 ਤੋਂ ਲੈ ਕੇ ਤੇ 1908 ਦੇ ਵਿੱਚ ਗੁਰਦੁਆਰਾ ਬਣਿਆ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਮੱਲਾਂ ਮਾਣੀਆਂ। ਇਹ ਧਰਤੀ ਐਸੀ ਹੈ ਜਿੱਥੇ ਸ਼ਹੀਦ ਭਾਈ ਬਲਵੰਤ ਸਿੰਘ, ਭਾਈ ਬਦਨ ਸਿੰਘ, ਭਾਈ ਮੇਵਾ ਸਿੰਘ ਜੀ ਅਤੇ ਹੋਰ ਅਨੇਕ ਜਿਹੜੇ ਬਜ਼ੁਰਗ ਸੀ ਜਿਨ੍ਹਾਂ ਨੇ ਆ ਕੇ ਕਾਲਾਂ ਕਾਲੀਆਂ, ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਸਿੱਖ ਜਗਤ ਜਿਹੜਾ ਸਾਰਾ ਬਹੁਤ ਐਸ਼ ਇਸ਼ਰਤ ਦੇ ਨਾਲ ਰਹਿ ਰਿਹਾ ਔਰ ਜ਼ਿੰਦਗੀ ਦੇ ਜਿਹੜੀਆਂ ਸੁੱਖ ਮੰਨ ਰਿਹਾ। ਜੀ ਚੀਤਾ ਸਾਹਿਬ, ਇਸ ਤੋਂ ਪਹਿਲਾਂ ਕਿ ਗੱਲਬਾਤ ਨੂੰ ਆਪਾਂ ਅੱਗੇ ਤੋਰੀਏ, ਥੋੜ੍ਹਾ ਜਿਹਾ ਮੈਂ ਤੁਹਾਡੇ ਜੀਵਨ ਬਾਰੇ, ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹੁੰਦਾ। ਤੁਹਾਡੀ ਪੈਦਾਇਸ਼ ਕਿੱਥੇ ਹੋਈ, ਕਿਵੇਂ ਤੁਹਾਡਾ ਸਫ਼ਰ ਉੱਥੋਂ ਤੁਰਿਆ ਅਤੇ ਇੱਥੇ ਕੈਨੇਡਾ ਦੇ ਵਿੱਚ ਆ ਕੇ ਅਸਲੀ ਜਿਹੜਾ ਸਥਾਨ ਹੈ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਤੁਸੀਂ ਬਿਤਾ ਰਹੇ ਹੋ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਹਾਂਜੀ ਵੀਰ ਜੀ, ਕਹਾਣੀ ਤਾਂ ਬੜੀ ਲੰਬੀ ਹੈ ਪਰ ਆਪਾਂ ਨੂੰ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਾਂਗੇ। ਮੇਰਾ ਜਨਮ ਇੱਕ ਛੋਟਾ ਜਿਹਾ ਪਿੰਡ ਨਕੋਦਰ ਅਤੇ ਨੂਰ ਮਹਿਲ ਦੇ ਨਜ਼ਦੀਕ ਤਕਰੀਬਨ ਦਰਮਿਆਨ ਦੇ ਵਿੱਚ ਹੈ। ਇੱਕ ਪਿੰਡ ਛੋਟਾ ਦਾ ਨਾਮ ਬੀਰ ਪਿੰਡ ਹੈ, ਇਹ ਡਿਸਟ੍ਰਿਕਟ ਜਲੰਧਰ ਦੇ ਵਿੱਚ ਪੈਂਦਾ, ਉੱਥੇ ਦਾ ਮੇਰਾ ਜਨਮ ਹੈ। ਲੇਕਿਨ ਮੈਂ ਤਕਰੀਬਨ 15 ਕੁ ਸਾਲ ਦਾ ਸੀ ਜਿਸ ਵਕਤ ਮੈਂ ਆਪਣੇ ਪਿਤਾ ਜੀ ਅਤੇ ਆਪਣੇ ਭਰਾਵਾਂ ਨੂੰ ਜੁਆਇਨ ਕਰਨ ਵਾਸਤੇ ਨੈਰੋਬੀ ਕੀਨੀਆ ਵਿੱਚ ਆ ਗਿਆ ਸੀਗਾ। ਅਤੇ ਉਸ ਤੋਂ ਪਹਿਲਾਂ ਮੇਰੇ ਬਾਬਾ ਜੀ, ਮੇਰੇ ਦਾਦੀ ਅਤੇ ਮੇਰੇ ਮਾਤਾ ਜੀ ਅਤੇ ਮੇਰੀਆਂ 2 ਭੈਣਾਂ ਉਹ ਪਿੰਡ ਵਿੱਚ ਹੀ ਸਨ। ਔਰ ਅਫਰੀਕਾ ਦੇ ਵਿੱਚ ਆ ਕੇ ਮੈਂ ਕੁਝ ਸਾਲ ਪੜ੍ਹਾਈ ਕੀਤੀ ਹੈ ਪ੍ਰਾਈਵੇਟਲੀ ਔਰ ਉਸ ਤੋਂ ਉਪਰੰਤ ਮੈਂ ਇੱਕ ਐਜ਼ ਏ ਬਤੌਰੇ ਬੈਂਕ ਆਫਿਸਰ ਦਾ ਕੰਮ ਕੀਤਾ। ਮੈਂ ਤਕਰੀਬਨ 10 ਸਾਲ ਬ੍ਰਿਟਿਸ਼ ਬੈਂਕ ਦੇ ਵਿੱਚ, ਨੈਸ਼ਨਲ ਐਂਡ ਗ੍ਰਿਡਲੇਸ ਬੈਂਕ ਉਹਦਾ ਨਾਂ ਹੁੰਦਾ ਸੀਗਾ। ਅਤੇ ਉੱਥੋਂ ਫਿਰ ਮੈਂ ਆਪਣਾ ਜਿਹੜਾ ਸਫ਼ਰ ਹੈਗਾ 10 ਸਾਲ ਬਾਅਦ ਕੈਨੇਡਾ ਵੱਲ ਨੂੰ ਪਰਤਿਆ ਹੈਗਾ ਜੀ। ਕੈਨੇਡਾ ਵਿੱਚ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਜੀਵਨ ਸਿੰਘ ਜੀ ਪਹਿਲਾਂ ਆਏ ਸਨ, ਜਿਨ੍ਹਾਂ ਨੂੰ ਦੇਖ ਕੇ ਫਿਰ ਮੈਂ ਵੀ ਇੱਥੇ ਕੈਨੇਡਾ ਵਿੱਚ ਆਇਆ 1966 ਦੇ ਵਿੱਚ। 1966 ਵਿੱਚ ਆ ਕੇ ਮੈਂ ਤਕਰੀਬਨ ਪ੍ਰਿੰਸ ਜਾਰਜ ਦੇ ਇਲਾਕੇ ਵਿੱਚ 1.5 ਸਾਲ ਕੰਮ ਕੀਤਾ ਐਜ਼ ਆਫਿਸ ਐਡਮਿਨਿਸਟ੍ਰੇਟਰ ਨਾਰਥਵੁੱਡ ਮਿਲਸ ਦੇ ਵਿੱਚ। ਔਰ ਉਸ ਤੋਂ ਉਪਰੰਤ ਮੈਂ 1968 ਦੇ ਵਿੱਚ ਵੈਨਕੂਵਰ 'ਚ ਆਇਆ, ਜਿੱਥੇ ਆ ਕੇ ਮੈਨੂੰ ਨੌਕਰੀਆਂ 'ਤੇ ਕਈ ਜਗ੍ਹਾ ਤਲਾਸ਼ ਕੀਤੀਆਂ ਔਰ ਆਫਰ ਵੀ ਹੋਈ, ਪਰ ਮੈਂ ਤਕਰੀਬਨ 30 ਸਾਲ ਦੀ ਸਰਵਿਸ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਨਾਲ ਕੰਮ ਕਰਕੇ ਇੱਥੇ ਰਿਟਾਇਰ ਹੋਇਆ ਜੀ। ਵਾਹ ਜੀ ਵਾਹ। ਕਿਹੜੇ ਵਰ੍ਹੇ ਦੇ ਵਿੱਚ ਤੁਸੀਂ ਨੈਰੋਬੀ ਗਏ ਸੋ? ਮੈਂ ਜੀ 1956 ਦੇ ਵਿੱਚ ਨੈਰੋਬੀ ਗਿਆ
ਤੇ 1966 ਵਿੱਚ ਨੈਰੋਬੀ ਛੱਡ ਕੇ ਮੈਂ ਕੈਨੇਡਾ ਵਿੱਚ ਆਇਆ। ਵਾਹ ਜੀ ਵਾਹ। ਫਿਰ ਜੇ 1956 ਦੇ ਵਿੱਚ ਆਏ ਹੋ, 15 ਵਰ੍ਹਿਆਂ ਦੇ ਸੀ, ਕੁਦਰਤੀ ਗੱਲ ਹੈ ਭਾਰਤ ਤੇ ਪਾਕਿਸਤਾਨ ਦੀ ਵੰਡ ਕੁਛ ਤੇ ਹੈ ਥੋੜਾ। हाँ जी, मैंने अच्छी तरह याद है। मैं एक किताब भी लिखी है ट्रूथफुल अकाउंट्स, जहाँ ਉਹਦਾ ਨਾਂ ਸਾਚ ਕਹੂੰ। ਮੈਂ ਇੱਕ ਦਿਨ ਸੁਬਹ ਪਾਠ ਕਰਦਾ ਸੀ ਜਾਪ ਸਾਹਿਬ ਦਾ, ਤਾਂ ਉਹਦੇ ਵਿੱਚ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੇਰੇ ਮਨ ਵਿੱਚ ਆਇਆ ਕਿ ਇਹੀ ਕਿਤਾਬ ਦਾ ਨਾਂ ਇਹ ਠੀਕ ਲੱਗਦਾ ਹੈਗਾ। ਸੋ ਉਹ ਕਿਤਾਬ ਵੀ ਲਿਖੀ, ਉਹਦੇ ਵਿੱਚ ਵੀ ਵਰਣਨ ਕੀਤਾ ਹੈ। ਮੈਂ ਤਕਰੀਬਨ 7-8 ਸਾਲ ਦਾ ਸੀਗਾ ਜਿਸ ਵਕਤ ਪਾਕਿਸਤਾਨ ਬਣਿਆ, ਅਤੇ ਉਹ ਇੱਕ ਦੁਖਦਾਈ ਸਮਾਂ ਵੀ ਮੈਂ ਆਪਣੀ ਅੱਖੀ ਦੇਖਿਆ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੇਰੇ ਬਾਬਾ ਜੀ ਉਸ ਵਕਤ ਸਾਡੇ ਘਰ ਦੇ ਵਿੱਚ ਸਾਡੇ ਤੋਂ ਸਿਆਣੇ ਉਹੀ ਘਰ ਦੇ ਵਿੱਚ ਸੀਗੇ। ਮੇਰੇ ਪਿਤਾ ਜੀ ਅਤੇ ਮੇਰੇ ਭਾਈ ਸਾਹਿਬ ਤੇ ਸਾਰੇ ਅਫਰੀਕਾ ਵਿੱਚ ਸਨ। ਉਸ ਵਕਤ ਜਦੋਂ ਇਹ ਵੰਡ ਹੋਈ ਹੈ, ਲੋਕਾਂ ਨੂੰ ਕੁਛ ਪਤਾ ਨਹੀਂ ਸੀ ਕਿ ਪਾਕਿਸਤਾਨ ਕਿਸ ਪਾਸੇ ਵੰਡਣਾ ਹੈ। ਨਾ ਮੁਸਲਮਾਨਾਂ ਨੂੰ ਪਤਾ ਸੀ ਪਿੰਡਾਂ ਦੇ ਵਿੱਚ, ਨਾ ਹੀ ਸਿੱਖਾਂ ਅਤੇ ਹਿੰਦੂਆਂ ਨੂੰ ਪਤਾ ਸੀਗਾ। ਲੇਕਿਨ ਉਹ ਜਿਹੜੀ ਦਰਦਨਾਕ ਜਿਹੜੀ ਘਟਨਾ ਹੈ ਉਸ ਨੂੰ ਮੈਂ ਇਹਨਾਂ ਲਫ਼ਜ਼ਾਂ 'ਚ ਬਿਆਨ ਕਰ ਸਕਦਾ ਹਾਂ ਕਿ ਸਾਡੇ ਲੋਕ ਬੜੇ ਪਿਆਰ ਅਮਨ ਦੇ ਨਾਲ ਉੱਥੇ ਰਹਿੰਦੇ ਸਨ, ਭਾਵੇਂ ਉਹ ਮੁਸਲਮਾਨ ਭਾਈਚਾਰਾ ਸੀ, ਭਾਵੇਂ ਉਹ ਸਿੱਖ ਭਾਈਚਾਰਾ ਸੀਗਾ, ਹਿੰਦੂ ਸਨ, ਭਾਵੇਂ ਕੋਈ ਵੀ ਸਨ। ਉੱਥੇ ਸਦੀਆਂ ਪੁਰਾਣੀ ਸਾਡੀ ਸਭਤਾ ਕਲਚਰ ਸੀਗੀ। ਅਤੇ ਜਿਸ ਵਕਤ ਪਾਕਿਸਤਾਨ ਬਣਿਆ, ਉਸ ਵਕਤ ਜਿਸ ਵਕਤ ਲੋਕ ਪਿੰਡਾਂ ਦੇ ਵਿੱਚੋਂ ਗਏ ਆ, ਜਿਹੜੀਆਂ ਉਹ ਧਾਹਾਂ ਮਾਰ ਕੇ ਉੱਥੋਂ ਗਏ ਆ, ਜਿਨ੍ਹਾਂ ਦੇ ਘਰ ਉਜੜ ਗਏ, ਉਹ ਜਦੋਂ ਘਰ ਮੈਂ ਦੇਖਦਾ, ਮੈਨੂੰ ਅੱਜ ਵੀ ਯਾਦ ਆਉਂਦੇ, ਤਾਂ ਇੱਕ ਮਨ ਦੇ ਵਿੱਚ ਇੱਕ ਅਜੀਬ ਕਿਸਮ ਦੀ ਹੂਕ ਉੱਠਦੀ ਹੈ। ਬੜਾ ਦਰਦਨਾਕ ਸਮਾਂ ਸੀਗਾ। ਉਸ ਤੋਂ ਇਲਾਵਾ ਮੈਂ ਦੇਖਿਆ ਜਦੋਂ ਲੋਕ ਕੈਂਪਾਂ ਦੇ ਵਿੱਚ ਜਾ ਕੇ ਉੱਥੇ ਰਿਜ਼ਰਵਾਂ ਦੇ ਵਿੱਚ ਗਏ, ਉੱਥੋਂ ਜਾ ਕੇ ਉਹਨਾਂ ਨੂੰ ਰੇਲਵੇ ਟ੍ਰੇਨਾਂ ਦੇ ਵਿੱਚ ਲਗਾਇਆ ਗਿਆ। ਰੇਲਵੇ ਟ੍ਰੇਨਾਂ ਇਸ ਤਰ੍ਹਾਂ ਪੈਕ ਕੀਤੀਆਂ ਸੀ ਜਿੱਦਾਂ ਅੰਗਰੇਜ਼ੀ 'ਚ ਕਹਿੰਦੇ ਸਾਰਡੀਨ ਕੈਨ, ਉਹਦੇ ਵਾਂਗੂ, ਔਰ ਟ੍ਰੇਨਾਂ ਦੇ ਡੱਬਿਆਂ ਦੇ ਅੰਦਰ ਔਰ ਟ੍ਰੇਨ ਦੇ ਉੱਪਰ ਲੋਕ ਬੈਠੇ ਸਨ। ਜਿਸ ਵਕਤ ਉਹ ਇੱਧਰੋਂ ਇਹ ਆਪਣੇ ਪੰਜਾਬ ਵੱਲੋਂ ਪਾਕਿਸਤਾਨ ਜਾਂ ਲਾਹੌਰ ਵੱਲ ਨੂੰ ਗਏ, ਇੱਥੇ ਤੱਕ ਕਿ ਲੋਕਾਂ ਦੇ ਘਰ ਲੁੱਟ ਹੁੰਦੇ ਦੇਖੇ। ਮੈਂ ਤਾਂ ਛੋਟਾ ਹੀ ਸਾਂ, ਪਰ ਮੈਂ ਦੇਖਿਆ ਲੋਕਾਂ ਨੇ ਹੱਥਾਂ ਵਿੱਚ ਹਥੌੜੀਆਂ ਅਤੇ ਛੈਣੇ ਪਕੜੇ ਸਨ, ਛੈਣੀਆਂ ਪਕੜੇ ਸਨ, ਔਰ ਲੋਕਾਂ ਦੇ ਤਾਲੇ ਤੋੜ ਕੇ, ਦਰਵਾਜ਼ੇ ਤੋੜ ਕੇ ਪਹਿਲਾਂ ਲੋਕਾਂ ਨੇ ਘਰਾਂ ਦਾ ਸਮਾਨ ਚੋਰੀ ਕੀਤਾ। ਫਿਰ ਘਰਾਂ ਦੇ ਵਿੱਚ ਜਿਹੜਾ ਦਾਣਾ ਸੀਗਾ ਜਾਂ ਖਾਣ ਵਾਲੀਆਂ ਚੀਜ਼ਾਂ, ਉਹ ਵਸਤੂ ਚੋਰੀ ਕੀਤੀਆਂ। ਉਸ ਤੋਂ ਉਪਰੰਤ ਲੋਕਾਂ ਦੇ ਜਿਹੜੇ ਪਸ਼ੂ ਡੰਗਰ ਸੀ ਉਹ ਵੀ ਚੋਰੀ ਕਰਕੇ ਲਿਆਂਦੇ। ਇੱਥੇ ਤੱਕ ਕਿ ਇਤਨੀ ਲੁੱਟ ਖਸੁੱਟ ਹੋਈ ਜਿਹਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਹੈ। ਬੜਾ ਹੀ ਦਰਦਨਾਕ ਅਤੇ ਬੜਾ ਹੀ ਖੌਫਨਾਕ ਜਿਹੜਾ ਉਹ ਸਮਾਂ ਸੀਗਾ। ਔਰ ਕੁਦਰਤ ਨੇ ਵੀ ਇੱਕ ਐਸਾ ਕੰਮ ਚਲਾਇਆ ਕਿ ਥੋੜ੍ਹੇ ਦੇਰ ਬਾਅਦ ਇੱਕ ਕਿਸਮ ਦੀ ਭੁੱਖਮਾਰੀ ਪੈ ਗਈ। ਪਸ਼ੂਆਂ ਦੀ ਖਾਣ ਨੂੰ ਕੁਛ ਨਹੀਂ ਸੀ ਜਾਨਵਰਾਂ ਵਾਸਤੇ, ਔਰ ਬੜੀ ਜ਼ੋਰ ਦੀ ਬਾਰਿਸ਼ ਹੋਈ ਉਸ ਤੋਂ ਬਾਅਦ, ਔਰ ਹੜ੍ਹ ਆ ਗਏ। ਹੜ੍ਹ ਦੇ ਆਉਣ ਦੇ ਨਾਲ ਜਿਹਨਾਂ ਲੋਕਾਂ ਨੇ ਪਸ਼ੂ ਲਿਆਂਦੇ ਸਨ ਚੋਰੀ ਦੇ, ਕਈਆਂ ਦੇ ਪਸ਼ੂ ਮਾਰੇ ਗਏ, ਔਰ ਜਿੰਨਾ ਉਹਨਾਂ ਨੇ ਲੁੱਟਿਆ ਉਹਦੇ ਨਾਲ ਮੇਰੇ ਖਿਆਲ ਬਾਅਦ ਵਿੱਚ ਕੁਦਰਤ ਨੇ ਉਹਨਾਂ ਦਾ ਨੁਕਸਾਨ ਵੀ ਕੀਤਾ। ਔਰ ਉਹ ਜ਼ਰੂਰੀ ਸੀ ਕੁਦਰਤ ਤੋਂ, ਮੈਂ ਸਮਝਦਾ, ਕਿਉਂਕਿ ਉਹਦੇ ਨਾਲ ਜਿੰਨੀ ਸੀ ਕੈਂਪਾਂ ਦੀ ਬਿਮਾਰੀ ਜੋ ਸਫਾਈ ਸੀ ਉਹ ਕੁਦਰਤ ਨੇ ਕੀਤੀ। ਲੇਕਿਨ ਉਹ ਬੜਾ ਇੱਕ ਔਖਾ ਸਮਾਂ ਸੀ। ਉਹ ਮੈਂ ਸਾਰੀ ਜਿਹੜੀ ਵਿਥਿਆ ਹੈ, ਮੈਂ ਆਪਣੇ ਬਾਬਾ ਜੀ ਨੂੰ ਉਹਨਾਂ ਦੇ ਹਾਣੀਆਂ ਦੇ ਗਲ ਮਿਲ ਕੇ ਲੱਗ ਕੇ ਰੋਂਦਿਆਂ ਨੂੰ ਦੇਖਿਆ ਜੀ। ਕਿਉਂਕਿ ਜੀਤਾ ਸਾਹਿਬ ਮੈਨੂੰ ਚੇਤੇ ਹੈ, ਮੇਰੇ ਸਤਿਕਾਰਯੋਗ ਪਿਤਾ ਜ਼ਿਲ੍ਹਾ ਮੁਲਤਾਨ ਦੇ ਵਿੱਚ ਸਨ ਉਦੋਂ, ਉਹ ਵੀ ਤਕਰੀਬਨ ਤੁਹਾਡੇ ਤੋਂ ਵੱਡੇ ਸਨ ਕਾਫੀ, ਅਤੇ ਜਦੋਂ ਉਹ ਗਾਥਾ ਦੱਸਦੇ ਸੀ ਤਾਂ ਰੂਹ ਕੰਬ ਜਾਂਦੀ ਸੀ। ਐਂ ਲੱਗਦਾ ਸੀ ਵੀ ਕਿਵੇਂ ਕਹਿੰਦੇ ਸੀ ਕਿ ਪਾਕਿਸਤਾਨੀ ਜਿਹੜੇ ਮੁਸਲਮਾਨ ਭਰਾ ਸਨ ਸਾਡੇ ਨਾਲ ਭਰਾਵਾਂ ਦੀ ਤਰ੍ਹਾਂ ਜਿਵੇਂ ਰਿਸ਼ਤਾ ਸੀ ਨੇੜੇ ਦਾ, ਔਰ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਸ਼ਰਾਰਤੀ ਲੋਕ ਦੂਰੋਂ ਆਏ ਸਨ, ਕਿਵੇਂ ਗੰਡਾਸਿਆਂ ਨਾਲ, ਕੁਹਾੜਿਆਂ ਨਾਲ ਔਰ ਕਿਰਪਾਨਾਂ ਨਾਲ ਇੱਕ ਦੂਜੇ ਨੂੰ ਵੱਢ ਰਹੇ ਸੀ। ਉਹ ਸਾਰਾ ਸੀਨ ਜਦੋਂ ਮੇਰੇ ਸਤਿਕਾਰਯੋਗ ਪਾਪਾ ਜੀ ਬਿਆਨ ਕਰਦੇ ਸੀ ਤੇ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਸਨ। ਤੁਸੀਂ ਅੱਜ ਉਹਨਾਂ ਦੇ ਚਸ਼ਮਦੀਦ ਗਵਾਹ, ਭਾਵੇਂ ਛੋਟੀ ਉਮਰ ਸੀ, ਸਾਰਾ ਕੁਝ ਹੰਡਾਇਆ। ਇਹ ਆਉਣ ਤੋਂ ਬਾਅਦ ਇੱਕਦਮ ਜਿਹੜਾ ਮਾਹੌਲ ਬਦਲਿਆ ਨੈਰੋਬੀ ਦੇ ਵਿੱਚ ਆ ਕੇ, ਉੱਥੇ ਕਿੰਨੇ ਪੰਜਾਬੀ ਪਰਿਵਾਰ ਸਨ ਜਦੋਂ ਤੁਸੀਂ ਨੈਰੋਬੀ ਦੇ ਵਿੱਚ ਆਏ? ਜਿਸ ਵਕਤ ਮੈਂ ਨੈਰੋਬੀ ਵਿੱਚ ਆਇਆ ਜੀ, ਉੱਥੇ ਤੇ ਕਾਫੀ ਪੰਜਾਬੀ ਸਿੱਖ ਭਰਾਵਾਂ ਦੀ, ਗੁਜਰਾਤੀਆਂ ਦੀ, ਮੁਸਲਮਾਨ ਪੰਜਾਬੀ ਭਰਾਵਾਂ ਦੀ ਕਾਫੀ ਉੱਥੇ ਜਾਣੀ ਵਸੋਂ ਸੀਗੀ, ਜਿਹਦੇ ਵਿੱਚ ਇਸਮਾਇਲੀ ਕਮਿਊਨਿਟੀ ਵੀ, ਗੋਅਨਸ ਵੀ ਸਨ। ਉੱਥੇ ਤਕਰੀਬਨ ਹਰ ਕਿਸਮ ਦੇ ਹਿੰਦੁਸਤਾਨ ਦੇ ਲੋਕ ਉੱਥੇ ਵਸਦੇ ਸਨ, ਔਰ ਬਹੁਤ ਹੀ ਚੰਗਾ ਭਾਈਚਾਰਾ ਸੀਗਾ ਉੱਥੇ। ਸਾਨੂੰ ਕਦੇ ਇਹ ਫਰਕ ਹੀ ਨਹੀਂ ਸੀ ਲੱਗਦਾ ਕਿ ਕੌਣ ਕੌਣ ਆ, ਕੋਈ ਕਿਸੇ ਨੂੰ ਜਾਤ ਪਾਤ ਦੀ ਗੱਲ ਨਹੀਂ ਸੀ ਕਰਦਾ। ਔਰ ਸਾਰੇ ਲੋਕ ਉੱਥੇ ਚਿੱਟੀਆਂ ਦਸਤਾਰਾਂ ਸਜਾਉਣ ਦੀ ਉੱਥੇ ਦੀ ਪਰੰਪਰਾ ਸੀ, ਕਿਉਂਕਿ ਗਰਮ ਮੁਲਕ ਕਰਕੇ, ਔਰ ਸਾਰੇ ਲੋਕ ਭਰਾਵਾਂ ਨੂੰ ਮਿਲਦੇ। ਅਸੀਂ ਈਦ ਵੀ ਬਣਾ ਲੈਂਦੇ ਸੀ, ਅਸੀਂ ਗੁਰਪੁਰਬ ਵੀ ਬਣਾ ਲੈਂਦੇ ਸੀ, ਔਰ ਸਾਰੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹਿੰਦੇ ਸੀ। ਬੜਾ ਅੱਛਾ ਮਾਹੌਲ ਸੀ ਉੱਥੇ ਦਾ। ਵਾਹ ਜੀ ਵਾਹ।
ਤੁਸੀਂ ਜਦੋਂ 1966 ਦੇ ਵਿੱਚ ਆਏ ਹੋ, ਕਿਉਂਕਿ ਆਪਣੇ ਲੋਕ ਪੰਜਾਬੀ ਨੇ ਖਾਸ ਕਰਕੇ ਇਹ ਤਕਰੀਬਨ 80ਵਿਆਂ ਤੋਂ 85 ਤੋਂ ਬਾਅਦ ਹੀ ਆਪਾਂ ਕਹੀਏ ਜ਼ਿਆਦਾਤਰ ਵੱਡੀ ਤਾਦਾਦ ਦੇ ਵਿੱਚ ਲੋਕ ਨੇ ਜਿਹੜੇ ਉਹਨਾਂ ਨੇ ਪੰਜਾਬ ਤੋਂ ਹੋਰ ਮੁਲਕਾਂ ਤੋਂ ਪ੍ਰਵਾਸ 90ਵਿਆਂ ਦੇ ਵਿੱਚ ਜ਼ਿਆਦਾਤਰ 80 ਤੋਂ ਬਾਅਦ ਕਰਨਾ ਸ਼ੁਰੂ ਕੀਤਾ। ਜਦੋਂ ਤੁਸੀਂ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਆਏ ਹੋ ਉਦੋਂ ਕਿੰਨੀ ਕੁ ਵਸੋਂ ਸੀ, ਦਸਤਾਰਾਂ ਵਾਲੇ ਕਿੰਨੇ ਕੁ ਸਨ? ਕਿਉਂਕਿ ਆਮ ਕਰਕੇ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਉਹ 'ਚ ਲਿਖਿਆ ਹੁੰਦਾ ਹੈ ਕਿ ਉਸ ਵੇਲੇ ਜਿਹੜੇ ਦਸਤਾਰਧਾਰੀ ਸਿੱਖ ਸਨ ਉਹਨਾਂ ਨੂੰ ਬੜਾ ਦੁਰਕਾਰਿਆ ਜਾਂਦਾ ਸੀ। ਈਵਨ ਦੈਨ ਡਿਸਕ੍ਰਿਮੀਨੇਸ਼ਨ ਬਹੁਤ ਹੁੰਦਾ ਸੀ, ਜੌਬਸ ਨਹੀਂ ਸਨ ਮਿਲ ਰਹੀਆਂ। ਔਰ ਖਾਸ ਕਰਕੇ ਕਈ ਰੈਸਟੋਰੈਂਟ ਦੇ ਵਿੱਚ ਮੈਂ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਵੀ ਹੈਗੀ ਹੈ ਕਿ ਰੈਸਟੋਰੈਂਟ ਦੇ ਬਾਹਰਲੇ ਪਾਸੇ ਲਿਖਿਆ ਹੁੰਦਾ ਸੀ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ। ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਮੈਂ ਪਰਸਨਲੀ ਇਹ ਲਿਖੀ ਗੱਲ ਤਾਂ ਮੈਂ ਦੇਖੀ ਨਹੀਂ, ਲੇਕਿਨ ਇਹ ਹਿਸਟੋਰੀਕਲ ਫੈਕਟ ਹੈ, ਕੁਝ ਲੋਕਾਂ ਨੇ ਦੇਖਿਆ ਹੈਗਾ। ਇੱਥੇ ਵੀ ਜਿਸ ਵਕਤ ਮੈਂ 1966 ਦੇ ਵਿੱਚ ਆਇਆ ਤਾਂ ਉਸ ਵਕਤ ਇਨ ਆਫ ਦੀ ਨਾਰਥ ਇੱਕ ਹੋਟਲ ਹੈ ਪ੍ਰਿੰਸ ਜੌਰਜ ਦੇ ਵਿੱਚ, ਉੱਥੇ ਆਪਣੀ ਕੁਛ ਕਮਿਊਨਿਟੀ ਕੁਨੈਲ, ਵਿਲੀਅਮਸ ਲੇਕ, ਪ੍ਰਿੰਸ ਜੌਰਜ ਅਤੇ ਮਕੈਂਜ਼ੀ ਵਗੈਰਾ ਰਹਿੰਦੇ ਸਨ। 100 ਮਿਲਾਂ ਵਿੱਚ ਲੋਕੀ ਆਮ ਤੌਰ 'ਤੇ ਗ੍ਰੀਨ ਚੇਨ ਵਗੈਰਾ ਅਤੇ ਹੋਰ ਇਹੋ ਜਿਹਾ ਕੰਮ ਕਰਦੇ ਸਨ 100 ਮਿਲਾਂ ਦਾ। ਔਰ ਉੱਥੇ ਇੱਕ ਵਾਰੀ ਇੰਡੀਆ ਤੋਂ ਆਪਣੇ ਭਾਰਤ ਤੋਂ ਹਾਈ ਕਮਿਸ਼ਨਰ ਆਏ ਔਰ ਉਹ ਮਿਸਟਰ ਚੌਧਰੀ ਸ਼ਾਇਦ ਉਹਨਾਂ ਦਾ ਨਾਮ ਸੀਗਾ। ਜਿਸ ਵਕਤ ਆਏ ਤਾਂ ਉਹ ਉਹਨਾਂ ਨੂੰ ਉੱਥੇ ਪਾਰਟੀ ਦਿੱਤੀ ਗਈ, ਸਾਰੇ ਲੋਕ ਜਿਹੜੇ ਆਲੇ ਦੁਆਲੇ ਸੀ ਉੱਥੇ ਇਕੱਠੇ ਹੋਏ ਔਰ ਉੱਥੇ ਉਹਨਾਂ ਦੀ ਜਿਹੜੇ ਘਰਵਾਲੀ ਸੀਗੀ, ਉਹਨਾਂ ਦੀ ਪਤਨੀ ਵੀ ਨਾਲ ਸੀਗੀ ਹਾਈ ਕਮਿਸ਼ਨਰ ਦੀ, ਅਤੇ ਮੈਂ ਇੱਕ ਕੋਨੇ ਵਿੱਚ ਪਗੜੀ ਬੰਨ੍ਹ ਕੇ ਖੜ੍ਹਾ ਸੀਗਾ ਅਤੇ ਬਾਕੀ ਤਕਰੀਬਨ ਕਿਸੇ ਦੇ ਸਿਰ 'ਤੇ ਪਗੜੀ ਨਹੀਂ ਸੀਗੀ। ਅਤੇ ਉਹ ਦੂਸਰੇ ਕੋਨੇ ਦੇ ਵਿੱਚੋਂ ਆਪਣੀ ਵਾਈਫ ਦੀ ਬਾਂਹ ਫੜ ਕੇ ਲੈ ਕੇ ਆ, ਕਹਿੰਦੀ ਆ ਤੈਨੂੰ ਮੈਂ ਦਿਖਾ ਲਾਂ ਜਿਹੜੇ ਸਿੱਖ ਹੈ ਇੱਥੇ ਆ ਕੇ ਵੀ ਐਡੀ ਦੂਰ ਤਾਈਂ ਵਸੇ ਹੋਏ ਹੈ। ਸੋ ਸਿੱਖ ਬਹੁਤ ਘੱਟ ਸਨ। ਜਿਸ ਵੇਲੇ ਮੈਂ ਕਾਰ ਵਿੱਚ ਜਾਂਦਾ ਸੀ ਉੱਥੇ ਕਈ ਵਾਰੀ ਤਾਂ ਇੱਕ ਵਾਰੀ ਸਨੋ ਪੈਂਦੀ ਸੀ ਬਹੁਤ, ਅਤੇ ਕੋਈ ਮੇਰੇ ਸਾਹਮਣੇ ਆ ਰਿਹਾ ਸੀ ਤਾਂ ਉਹਦੀ ਕਾਰ ਕੰਟਰੋਲ ਨਾ ਹੋਈ ਅਤੇ ਕਾਰ ਸਨੋ ਬੈਂਕ ਵਿੱਚ ਜਾ ਕੇ ਫਸ ਗਈ। ਅਤੇ ਉਹਨੇ ਜਾ ਕੇ ਫਿਰ ਦੂਸਰੇ ਦਿਨ ਸਾਨੂੰ ਸੁਨੇਹਾ ਭੇਜਿਆ ਬਈ ਤੁਸੀਂ ਕਾਰ ਧਿਆਨ ਨਾਲ ਨਹੀਂ ਚਲਾਈ ਜਾਂ ਜੱਜਮੈਂਟ ਨਹੀਂ ਹੋਈ ਤਾਂ ਉਹਦੀ ਕਾਰ ਜਿਹੜੀ ਸੀ ਸਨੋ ਦੇ ਵਿੱਚ ਫਸ ਗਈ। ਸੋ ਪੱਗ ਕਰਕੇ ਪਛਾਣ ਲੈਂਦੇ ਸਨ। ਇੱਥੇ 68 ਵਿੱਚ ਫਿਰ ਮੈਂ ਆਇਆ ਜੀ। 68 ਹਾਂਜੀ 68 ਦੇ ਵਿੱਚ ਆਪਣੀ ਪੰਜਾਬੀ ਵਸੋਂ ਤਾਂ ਕਾਫੀ ਸੀਗੀ, ਲੇਕਿਨ ਜਿਹੜੇ ਪੱਗ ਸੀਗੇ, ਪੱਗਾਂ ਬੰਨ੍ਹਣ ਵਾਲੇ, ਦਸਤਾਰ ਸਜਾਉਣ ਵਾਲੇ ਬਹੁਤ ਘੱਟ ਵਿਅਕਤੀ ਸਨ। ਅਤੇ ਜੇ ਕੋਈ ਸੀ ਤਾਂ ਅਸੀਂ ਨੱਠ ਕੇ ਪਿੱਛੇ ਜਾ ਕੇ ਦੇਖੀਦਾ ਸੀਗਾ। ਆਮ ਤੌਰ 'ਤੇ ਹੁੰਦਾ ਸੀ ਕਿ ਗੁਰਦੁਆਰੇ ਦਾ ਗ੍ਰੰਥੀ ਹੋਊਗਾ ਜਾਂ ਕੋਈ ਪੁਰਾਣਾ ਬਜ਼ੁਰਗ ਹੋਊਗਾ ਜਿਹੜਾ ਪਹਿਲਾਂ ਤੋਂ ਇੱਥੇ ਰਿਹਾ, ਕਾਲੀਆਂ ਦਸਤਾਰਾਂ ਸਜਾਉਂਦੇ ਸਨ, ਅਤੇ ਵਰਨਾ ਪਗੜੀਆਂ ਵਾਲੇ ਬਹੁਤ ਘੱਟ ਸਨ। ਇੱਥੇ ਤੱਕ ਕਿ ਗੁਰਦੁਆਰਿਆਂ ਦੇ ਅੰਦਰ ਸੇਵਾਦਾਰ ਵੀ ਜਿਹੜੇ ਸੀਗੇ ਉਹ ਵੀ ਉਹਨਾਂ ਨੂੰ ਲੱਭਣਾ ਬੜਾ ਮੁਸ਼ਕਿਲ ਹੁੰਦਾ ਸੀ ਗੁਰਦੁਆਰਿਆਂ ਨੂੰ, ਅਤੇ ਇਸ ਕਰਕੇ ਉਸ ਵੇਲੇ ਦੀ ਜਿਹੜੀ ਹਾਲਾਤ ਕੁਛ ਇਸ ਤਰ੍ਹਾਂ ਦੇ ਸੀਗੇ। ਮੈਂ ਥੋੜ੍ਹਾ ਜਿਹਾ ਅੱਗੇ ਆ ਗਿਆ। ਤੁਹਾਡੀ ਸ਼ਾਦੀ, ਮੈਰਿਜ, ਗ੍ਰਸਤੀ ਜੀਵਨ ਇਹ ਨੈਰੋਬੀ ਦੇ ਵਿੱਚ ਹੀ ਸ਼ੁਰੂ ਹੋਇਆ ਜਾਂ ਇੱਥੇ ਆ ਕੇ ਸ਼ੁਰੂ ਹੋਇਆ? ਮੈਂ ਜੀ 1959 18 ਜਨਵਰੀ ਨੂੰ ਨੈਰੋਬੀ ਵਿੱਚ ਮੇਰੀ ਸ਼ਾਦੀ ਹੋਈ ਹੈ ਜੀ, ਔਰ ਮੇਰੇ ਤਿੰਨੇ ਬੱਚੇ ਉੱਥੇ ਦੇ ਜਨਮ ਹੈ ਨੈਰੋਬੀ ਦਾ। ਇਹ ਛੋਟੇ ਹੀ ਸਨ, ਤਕਰੀਬਨ 7 ਸਾਲ ਦੇ 6 ਸਾਲ ਦੇ ਜਿਸ ਵਕਤ ਇੱਥੇ ਆਏ, ਅਤੇ ਇਹਨਾਂ ਨੇ ਸਾਰਿਆਂ ਨੇ ਐਜੂਕੇਸ਼ਨ ਇੱਥੇ ਲਈ ਹੈ। ਵੱਡਾ ਲੜਕਾ ਮੇਰਾ ਬਾਇਓਮੈਡੀਕਲ ਇੰਜੀਨੀਅਰ ਟੋਰੰਟੋ ਵਿੱਚ ਹੈ, ਛੋਟਾ ਲੜਕਾ ਹੈ ਡਾਕਟਰ ਹੈ ਇੱਥੇ, ਡਾਕਟਰ ਆਫ ਨੈਚੁਰੋਪੈਥਿਕ ਮੈਡੀਸਨ, ਅਤੇ ਇਹ ਮੇਰੇ ਕੋਲ ਰਹਿ ਰਿਹਾ ਹੈ। ਇਸ ਤਰ੍ਹਾਂ ਮੇਰਾ ਪਰਿਵਾਰ ਹੈ ਜੀ। ਇੱਕ ਮੇਰੀ ਲੜਕੀ ਹੈ ਕਮਲਜੀਤ ਕੌਰ। ਵਾਹ ਜੀ ਵਾਹ। ਇਹਦੇ 'ਚ ਚੀਤਾ ਸਾਹਿਬ, ਕਿਉਂਕਿ ਮੈਂ ਚਾਹੁੰਦਾ ਕਿ ਤੁਹਾਡੇ ਜੀਵਨ ਬਾਰੇ ਜਿਹੜੀ ਤੁਸੀਂ ਸਟਰਗਲ ਕੀਤੀ ਹੈ, ਜਿਹੜੀ ਮਿਹਨਤ ਕੀਤੀ ਹੈ, ਉਹਨਾਂ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵੈਨਕੂਵਰ ਦੀ ਧਰਤੀ ਉਹ ਧਰਤੀ ਹੈ ਜਿੱਥੋਂ ਗਦਰੀ ਯੋਧੇ ਤਿਆਰ ਹੋਏ ਨੇ। ਭਾਈ ਭਾਗ ਸਿੰਘ, ਭਾਈ ਬਤਨ ਸਿੰਘ, ਭਾਈ ਮੇਵਾ ਸਿੰਘ, ਉਹਨਾਂ ਦਾ ਤੁਸੀਂ ਹੁਣੇ ਜ਼ਿਕਰ ਕੀਤਾ ਹੈ। ਜੇ ਆਪਾਂ ਗਦਰ ਲਹਿਰ ਦੀ ਗੱਲਬਾਤ ਕਰੀਏ, ਮੇਰਾ ਖਿਆਲ ਹੈ ਗਦਰ ਲਹਿਰ ਦੀ ਸ਼ੁਰੂਆਤ ਅਤੇ ਭਾਰਤ ਦੀ ਆਜ਼ਾਦੀ ਦੀ ਸ਼ੁਰੂਆਤ ਇਸ ਥਾਂ ਤੋਂ ਹੁੰਦੀ ਹੈ। ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਇਸ ਤਰ੍ਹਾਂ ਤੁਹਾਨੂੰ ਪਹਿਲਾਂ ਵਧਾਈ ਦਿੰਦਿਆਂ ਲਫ਼ਜ਼ ਇਸਤੇਮਾਲ ਕੀਤੇ ਹੈ ਕਿ ਜਿਸ ਵਕਤ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਅਤੇ ਕੁਦਰਤੀ ਤੌਰ 'ਤੇ ਸਾਡਾ ਸਿਰ ਪਹਿਲਾਂ ਉਹਨਾਂ ਸ਼ਹੀਦਾਂ ਇਸ ਪ੍ਰਤੀ ਜਿਹੜਾ ਝੁਕਦਾ ਹੈ, ਉਹਨਾਂ ਦੀ ਬੜੀ ਦੇਣ ਹੈਗੀ ਹੈ ਜੀ। ਔਰ ਹਿੰਦੁਸਤਾਨ ਦੀ ਆਜ਼ਾਦੀ ਜਿਹੜੀ ਹੈ, ਬਲਕਿ ਉਹ ਜੋ ਹੋਰ ਪਾਸੋਂ ਕਿਸੇ ਅਸੀਂ ਕਹੀਏ ਸ਼ੁਰੂਆਤ ਹੋਈ ਹੈ ਤਾਂ ਸਿਰਫ ਇੱਥੋਂ ਕੈਨੇਡਾ ਦੇ ਵਿੱਚੋਂ, ਵੈਨਕੂਵਰ ਦੇ ਵਿੱਚੋਂ ਹੋਈ ਹੈਗੀ ਆ। ਔਰ ਜਿਹੜੀ ਗਦਰ ਮੂਵਮੈਂਟ ਵੀ ਹੋਈ ਹੈ ਉਹ ਵੀ ਇੱਥੋਂ ਵੈਨਕੂਵਰ 'ਚ ਸਟਾਰਟ ਹੋਈ, ਖਾਲਸਾ ਦੀਵਾਨ ਸੁਸਾਇਟੀ ਤੋਂ। ਉਹਨੂੰ ਸੰਪੂਰਨ ਤੌਰ 'ਤੇ ਜਿਹੜਾ ਉਹਦਾ ਸੰਗਠਨ ਹੋਇਆ
ਉਹ ਐਸਟੋਰੀਆ ਔਰੀਗਨ ਦੇ ਵਿੱਚ ਆਪਣੇ ਅਮਰੀਕਾ ਦੇ ਵਿੱਚ ਹੈਗੀ ਆ, ਇੱਕ ਛੋਟਾ ਜਿਹਾ ਐਸਟੋਰੀਆ ਸ਼ਹਿਰ ਹੈ। ਉੱਥੇ ਉਹ 1913 ਦੇ ਵਿੱਚ ਪੂਰਨ ਤੌਰ 'ਤੇ ਸੰਗਠਨ ਹੋਇਆ, ਜਿਸ ਤੋਂ ਉਪਰੰਤ ਗਜਰਗੂੰਦ ਜਿਹੜੀ ਸੀ ਅਮਰੀਕਾ ਵਿੱਚੋਂ ਛਾਪੀ ਗਈ। ਹਾਂਜੀ, ਜਿਹਦੀ ਸਰਕੂਲੇਸ਼ਨ ਜਿਹੜੀ ਸੀਗੀ ਉਹ ਵਾਇਆ ਚਾਈਨਾ ਦੇ ਥਰੂ ਔਰ ਜਾਪਾਨ ਦੇ ਥਰੂ ਹੋ ਕੇ ਹਿੰਦੁਸਤਾਨ ਦੇ ਵਿੱਚ ਉਹ ਪਹੁੰਚਦੀ ਸਨ। ਡਾਇਰੈਕਟ ਮੇਲ ਜਾਂਦੀ ਨਹੀਂ ਸੀ, ਔਰ ਜੇ ਗਦਰ ਗੂੰਜ ਕੇ ਫੜੀ ਜਾਂਦੀ ਉਹਨੂੰ ਵੱਡੀ ਸਜ਼ਾ ਮਿਲਦੀ ਸੀਗੀ। ਵਾਓ। ਇਹਦੇ ਨਾਲ ਨਾਲ ਕਿਉਂਕਿ ਮੈਂ ਤੁਸੀਂ ਹੁਣੇ ਖਾਲਸਾ ਦੀਵਾਨ ਸੁਸਾਇਟੀ ਦਾ ਜ਼ਿਕਰ ਕੀਤਾ, ਵਿਦੇਸ਼ਾਂ ਦੇ ਵਿੱਚ ਆ ਕੇ ਗੱਲ ਕਰੀਏ ਤੇ ਖਾਲਸਾ ਦੀਵਾਨ ਸੁਸਾਇਟੀ ਇੱਕ ਇਹੋ ਜਿਹੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸੀ। ਇਸ ਖਾਲਸਾ ਦੀਵਾਨ ਸੁਸਾਇਟੀ ਨੇ ਬੜੇ ਯੋਧੇ ਪੈਦਾ ਕੀਤੇ ਜਿਨ੍ਹਾਂ ਦਾ ਤੁਸੀਂ ਹੁਣੇ ਜ਼ਿਕਰ ਕਰਕੇ ਗਏ ਹੋ। ਇਹ ਖਾਲਸਾ ਦੀਵਾਨ ਸੁਸਾਇਟੀ ਦੀ ਹੋਂਦ ਕਦੋਂ ਹੋਈ, ਕੌਣ ਇਹਦੇ ਫਾਊਂਡਰ ਸਨ, ਪਹਿਲੀ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਦੋਂ ਇੱਥੇ ਆਉਂਦੇ ਨੇ ਕੌਣ ਲੈ ਕੇ ਆਉਂਦੇ ਨੇ, ਕਿਹੜੀ ਥਾਂ ਤੇ ਪ੍ਰਕਾਸ਼ ਹੋਇਆ ਸੀ? ਜੀ ਇਹ ਗੱਲ ਮੰਨੀ ਜਾਂਦੀ ਹੈ ਜੀ, ਔਰ ਇਤਿਹਾਸਕ ਫੈਕਟ ਹੀ ਹੈਗਾ ਕਿ 1904 ਦੇ ਵਿੱਚ ਇਹ ਮੰਨਿਆ ਜਾਂਦਾ ਕਿ ਭਾਈ ਅਰਜਨ ਸਿੰਘ ਜੀ ਮਲਕ ਉਹ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੇ ਲੈ ਕੇ ਆਏ, ਔਰ ਉਸ ਸਮੇਂ ਘਰਾਂ ਦੇ ਵਿੱਚ ਕੀਰਤਨ ਵਗੈਰਾ ਸਿੱਖ ਇਕੱਠੇ ਹੋਇਆ ਕਰਦੇ ਸਨ, ਔਰ ਇਸ ਚੀਜ਼ ਨੂੰ ਤਕਰੀਬਨ 2 ਸਾਲ ਲੱਗੇ। ਉਹਨਾਂ ਨੇ ਇਸ ਜ਼ਰੂਰਤ ਨੂੰ ਮਹਿਸੂਸ ਕੀਤਾ। ਸਾਡੀ ਪੁਰਾਣੀ ਇੱਕ ਪਰੰਪਰਾ ਹੈ ਕਿ ਜਿੱਥੇ 5 ਸਿੱਖ ਹੋਣ ਉਹ ਜਾ ਕੇ ਆਪਣਾ ਸਭ ਤੋਂ ਪਹਿਲਾਂ ਆਪਣੇ ਘਰਾਂ ਨਾਲੋਂ ਪਹਿਲਾਂ ਗੁਰਦੁਆਰਾ ਸਾਹਿਬ ਸਥਾਪਿਤ ਕਰਦੇ ਆ, ਜਿਸ ਦੇ ਫਲਸਰੂਪ ਦੇ ਵਿੱਚ 1906 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਕਾਗਜ਼ਾਂ ਵਿੱਚ ਰਜਿਸਟਰ ਹੋਈ, ਔਰ 1908 ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ 1866 ਵੈਸਟ 2nd ਐਵਨਿਊ ਵੈਨਕੂਵਰ ਦੇ ਵਿੱਚ ਜਿਹੜਾ ਕਿਟਸਲਾਨੋ ਦਾ ਏਰੀਆ ਹੈਗਾ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੋਏ। ਉਹ ਸਾਡਾ ਇੱਕ ਬਹੁਤ ਵੱਡਾ ਵਿਰਸਾ ਸੀਗਾ। 2nd ਐਵਨਿਊ ਕਿਟਸਲਾਨੋ ਦੇ ਵਿੱਚ, ਹਾਂਜੀ ਵੈਨਕੂਵਰ, ਠੀਕ ਹੈ ਜੀ। ਇਹ ਬਰਾਡ ਸਟਰੀਟ ਦੇ ਕੋਲ ਪੈਂਦਾ 2nd, ਉੱਥੇ ਉਸ ਇਲਾਕੇ ਉੱਥੇ ਇਹ ਗੁਰਦੁਆਰਾ ਸੀ, ਔਰ ਮੈਂ ਉਸ ਗੁਰਦੁਆਰੇ ਨੂੰ ਫੰਕਸ਼ਨ ਕਰਦੇ ਨੂੰ ਦੇਖਿਆ। ਉਸੇ ਗੁਰਦੁਆਰੇ ਵਿੱਚ ਮੇਰੀ ਛੋਟੀ ਭੈਣ ਗੁਰਮਿੰਦਰ, ਉਹਦੀ ਤਾਂ ਸੁਰਿੰਦਰ ਸਿੰਘ, ਉਹਨਾਂ ਦੀ ਸ਼ਾਦੀ ਵੀ ਉੱਥੇ ਹੋਈ ਹੈ। ਉਸ ਤੋਂ ਥੋੜ੍ਹੇ ਸਮੇਂ ਦੇ ਬਾਅਦ ਉਹ ਗੁਰਦੁਆਰਾ ਜਿਹੜਾ ਸੀਗਾ ਉਹ ਬੰਦ ਹੋ ਗਿਆ, ਔਰ ਉਸ ਤੋਂ ਉਪਰੰਤ ਵਿੱਚ ਉਹ ਜਗ੍ਹਾ ਬਦਕਿਸਮਤੀ ਨਾਲ ਸਾਡੀ ਕਮਿਊਨਿਟੀ ਨੇ ਵੇਚ ਛੱਡੀ, ਜਿਹੜਾ ਕਿ ਸਾਡਾ ਬੜਾ ਪੁਰਾਣਾ ਵਿਰਸਾ ਸੀ ਔਰ ਸਭ ਤੋਂ ਕੀਮਤੀ ਜਗ੍ਹਾ ਸੀ। ਅੱਜ ਸਾਨੂੰ ਕਦੇ ਨਹੀਂ ਮਿਲ ਸਕਦੀ, ਇਹ ਇੱਕ ਬੜੀ ਭੁੱਲ ਹੋਈ ਹੈਗੀ ਆ। ਔਰ ਉਸ ਤੋਂ ਉਪਰੰਤ ਫਿਰ ਜਿਹੜਾ ਗੁਰਦੁਆਰਾ ਸੀਗਾ 1969 ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਉਤਸਵ 'ਤੇ ਰॉ ਸਟਰੀਟ ਗੁਰਦੁਆਰਾ ਜਿਹੜਾ ਸੀ ਉਸ ਵੇਲੇ ਪੂਰਨ ਤੌਰ 'ਤੇ ਕੰਪਲੀਟ ਨਹੀਂ ਸੀ ਹੋਇਆ, ਲੇਕਿਨ ਉਹਨਾਂ ਨੂੰ ਉਸ ਵੇਲੇ ਉਦਘਾਟਨ ਕੀਤਾ ਸੀ ਉਸ ਵੇਲੇ, ਔਰ ਉੱਥੋਂ ਜਿਸ ਵਕਤ ਗੁਰੂ ਮਹਾਰਾਜ ਤੇ 5 ਪਿਆਰਿਆਂ ਦੇ ਨਾਲ ਸਰੂਪ ਦੇ ਨਾਲ ਇੱਥੇ ਲਿਆਂਦੇ ਗਏ, ਜਿਸ ਦੀ ਸਟੋਰੀ ਵੀ ਮੈਂ ਆਪਣੀ ਕਿਤਾਬ ਦੇ ਵਿੱਚ ਜਿੰਨੀ ਕੁ ਮੈਨੂੰ ਅੱਛੀ ਤਰੀਕਾ ਯਾਦ ਹੈ, ਉਸ ਵੇਲੇ ਕਮਿਊਨਿਟੀ ਵਿੱਚ ਮੈਂ ਇਨਵੋਲਵ ਹੋ ਚੁੱਕਾ ਸੀਗਾ, ਉਹ ਵੀ ਉਹਦਾ ਵਰਣਨ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ। ਮੈਂ ਇਸ ਚੀਜ਼ ਦੀ ਆਸ ਕਰਦਾ ਕਿ ਕਿਤਾਬ ਸਰੋਤੇ ਜਿਹੜੇ ਹੈਗੇ ਉਹ ਲੈ ਕੇ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕरें। ਇਹਦੇ ਚੀਤਾ ਸਾਹਿਬ ਤੁਸੀਂ, ਕਿਉਂਕਿ ਪੁਰਾਣਾ ਇਤਿਹਾਸ ਤੁਹਾਡੇ ਵਰਗੇ ਸਾਡੇ ਜਿਹੜੇ ਪੁਰਖੇ ਨੇ ਜਿਨ੍ਹਾਂ ਕੋਲ ਇਹ ਸਾਰਾ ਕੁਝ ਸੰਭਾਲਿਆ ਪਿਆ, ਬਾਕੀ ਤਾਂ ਸਾਡੀ ਆਉਣ ਵਾਲੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੇ ਕਿਤਾਬਾਂ 'ਚੋਂ ਪੜ੍ਹਨਾ ਹੈ ਕਿ ਸਾਡਾ ਇਤਿਹਾਸ ਕਿਹੋ ਜਿਹਾ ਹੈ। ਖਾਲਸਾ ਦੀਵਾਨ ਸੁਸਾਇਟੀ ਦੀ ਗੱਲ ਕੀਤੀ ਹੈ, ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਇਹਦੀ ਮੈਂਬਰਸ਼ਿਪ ਕਿੱਥੇ ਕਿੱਥੇ ਤੱਕ ਸੀ? ਕੈਨੇਡਾ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਇਹ ਹੈ ਜੀ ਕਿ ਕੋਈ ਵੀ ਸਿੱਖ ਕੈਨੇਡਾ ਦੇ ਵਿੱਚ ਕਿਤੇ ਵੀ ਹੋਵੇ ਉਹ ਖਾਲਸਾ ਦੀਵਾਨ ਸੁਸਾਇਟੀ ਦਾ ਮੈਂਬਰ ਬਣ ਸਕਦਾ ਸੀ। ਇਸੇ ਕਰਕੇ ਇਹ ਜਿਹੜੀ ਸੁਸਾਇਟੀ ਸਿਰਮੌਰ ਸੀ, ਜਿਸ ਤੋਂ ਉਪਰੰਤ ਜੇ ਆਪਾਂ ਛੋਟਾ ਜਿਹਾ ਇਹਨੂੰ ਟੱਚ ਕਰੀਏ, ਜਿਵੇਂ ਕਿ ਗੁਰਦੁਆਰਾ ਸਾਹਿਬ 1908 ਦੇ ਵਿੱਚ ਬਣ ਗਿਆ, ਫਿਰ ਬਾਅਦ ਦੇ ਵਿੱਚ ਸਿੱਖਾਂ ਨੂੰ ਇੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਕੈਨੇਡਾ ਵਾਈਟ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਵਰਗੇ ਬੜੇ ਸਤਿਕਾਰਯੋਗ ਇੱਕ ਹਸਤੀ ਸਨ ਸਾਡੀ ਕਮਿਊਨਿਟੀ ਦੀ, ਜਿਨ੍ਹਾਂ ਦਾ ਨਾਮ ਬਹੁਤ ਘੱਟ ਲਿਆ ਜਾਂਦਾ ਔਰ ਲੈਣ ਦੀ ਜ਼ਰੂਰਤ ਹੈ, ਉਹਨਾਂ ਨੂੰ ਸਤਿਕਾਰ ਦੇਣ ਦੀ ਜ਼ਰੂਰਤ ਹੈ। ਉਹ ਆ ਕੇ ਇੱਥੇ ਉਹਨਾਂ ਆ ਕੇ ਇੱਥੇ ਸਲਾਹ ਦਿੰਦੇ ਰਹੇ। ਉਹ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਸੀਗੇ ਔਰ ਬੜੇ ਅੱਛੇ ਬੁਲਾਰੇ ਸੀ, ਅੰਗਰੇਜ਼ੀ ਦੇ ਬਹੁਤ ਅੱਛੇ ਵਕਤਾ ਸੀ ਔਰ ਬੜੇ ਲਿਖਾਰੀ ਅੱਛੇ ਸਨ। ਉਹਨਾਂ ਦੇ ਆਰਟੀਕਲ ਅੱਜ ਵੀ ਸਨ ਪੇਪਰ ਦੇ ਵਿੱਚ, ਤੁਸੀਂ ਪੁਰਾਣਾ ਟ੍ਰੇਸ ਕਰੋ ਤਾਂ ਮਿਲ ਜਾਂਦੀ ਹੈ। ਔਰ ਉਹਨਾਂ ਦਾ ਇੱਥੇ ਜਿਹੜੇ ਆਪਣੀ ਕਾਕੇਸ਼ੀਅਨ ਛੱਟੀ ਕਮਿਊਨਿਟੀ ਹੈ, ਉਹਨਾਂ ਨੇ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ ਜਿਸ ਵਕਤ ਉਹ ਪਬਲਿਕ ਦੇ ਵਿੱਚ ਆਏ, ਜਿਨ੍ਹਾਂ ਨੇ ਕਿ 1912 ਵਿੱਚ ਗੁਰਦੁਆਰਾ ਵਿਕਟੋਰੀਆ ਖਾਲਸਾ ਦੀਵਾਨ ਸੁਸਾਇਟੀ ਅਧੀਨ ਉੱਥੇ ਸਥਾਪਿਤ ਕੀਤਾ। ਫਿਰ ਗੁਰਦੁਆਰੇ ਆਪਣੇ ਪਾਲ ਦੀ, ਲੇਕ ਪੋਚਨ, ਪੋਰਟ ਲਿਬਰਟੀ ਅਤੇ ਨਿਊ ਵੈਸਟਮਿੰਸਟਰ ਗੁਰਦੁਆਰਾ ਅਤੇ ਗੁਰਦੁਆਰਾ ਐਬਸਫੋਰਡ ਜਿਹੜੀ ਅੱਜ ਹੈਰੀਟੇਜ ਸਾਈਟ ਸਾਡੀ ਉਹ ਮੰਨੀ ਗਈ ਹੈ। ਇਹ ਸਾਰੇ ਗੁਰਦੁਆਰੇ ਜਿਹੜੇ ਸਨ ਉਹ ਇਹ ਆਪਣੇ ਵਜੂਦ ਵਿੱਚ ਆਏ। ਅਤੇ ਇਸੇ ਤਰੀਕੇ ਨਾਲ ਜਿਵੇਂ ਆਪ ਜੀ ਨੇ ਦੱਸਿਆ, ਗੁਰਦੁਆਰੇ ਨੂੰ ਆਪਣੇ ਕੈਨੇਡਾ ਨੂੰ ਚਿੱਟਾ ਰੱਖਣ ਦੀ ਸੰਭਾਵਨਾ ਕਰਕੇ ਇੱਥੇ ਦੀ ਉਸ ਵੇਲੇ ਦੀ ਸਰਕਾਰ ਨੇ ਸਾਡੇ ਲੋਕਾਂ ਨੂੰ ਬਾਹਰ ਭੇਜਣਾ ਚਾਹਿਆ। ਹੰਡੂਰਸ
ਜਿੱਥੇ ਸਾਡੇ ਬਜ਼ੁਰਗ ਗਏ 2-3 ਬੰਦੇ ਉਹਨਾਂ ਜਾ ਕੇ ਡੈਪੂਟੇਸ਼ਨ ਜਾ ਕੇ ਦੇਖਿਆ ਉੱਥੇ ਹਾਲਾਤ ਮਾੜੇ ਸੀਗੇ। ਉਹਨਾਂ ਨੇ ਆ ਕੇ ਬੜੀ ਇਮਾਨਦਾਰੀ ਨਾਲ ਰਿਪੋਰਟ ਕੀਤੀ ਕਿ ਨਹੀਂ ਉੱਥੇ ਨਹੀਂ ਜਾਣਾ ਅਸੀਂ, ਔਰ ਜਿਹਦਾ ਹੋ ਸਕਦਾ ਹੈ ਕਿ ਉਸ ਵੇਲੇ ਦੀ ਸਰਕਾਰ ਨੂੰ ਇਹ ਜਿਹੜਾ ਸੀ ਸਾਡਾ ਡਿਸੀਜਨ ਚੰਗਾ ਨਾ ਲੱਗਾ, ਜਿਸ ਕਰਕੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੌਪਕਿਨਸਨ ਅਤੇ ਬੇਲਾ ਸਿੰਘ ਉਹਨਾਂ ਦੇ ਕਿਰਦਾਰ ਦੀ ਖਾਤਰ ਔਰ ਸਾਡੀ ਕਮਿਊਨਿਟੀ ਨੂੰ ਨੀਚਾ ਦਿਖਾਉਣ ਲਈ, ਇੱਥੋਂ ਡਰਾਉਣ ਲਈ ਜਿਹੜੇ ਗੁਰਦੁਆਰੇ ਦੇ ਅੰਦਰ ਵਿਘਨ ਪਾ ਕੇ ਗੋਲੀ ਵੀ ਚੱਲੀ, ਉਹਦੇ ਵਿੱਚ ਭਾਈ ਉੱਥੇ ਸਿੰਘ ਸ਼ਹੀਦ ਹੋਏ। ਔਰ ਉਸ ਤੋਂ ਉਪਰੰਤ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨੂੰ ਸਾਡੀ ਕਮਿਊਨਿਟੀ ਨੂੰ ਬਰਕਰਾਰ ਰੱਖਣ ਵਾਸਤੇ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਦੀ ਹੀ ਐਡਵਾਈਸ ਸੀ ਜਿਸ ਵਕਤ ਗੁਰੂ ਨਾਨਕ ਮਾਈਨਿੰਗ ਕੰਪਨੀ ਐਸਟੈਬਲਿਸ਼ ਕੀਤੀ ਗਈ। ਹਾਂਜੀ, ਉਸ ਤੋਂ ਇਲਾਵਾ ਫਿਰ ਬਾਅਦ ਦੇਖੋ 1914 ਦਾ ਜਿਹੜਾ ਕਾਮਾਗਾਟਾ ਮਾਰੂ ਦਾ ਇੰਸੀਡੈਂਟ ਹੋਇਆ, ਉਹਦੇ ਵਿੱਚ ਬੜੀ ਸਾਡੇ ਲੋਕਾਂ ਨੇ ਯੋਗਦਾਨ ਪਾਇਆ, ਜਦੋਂ ਕਿ 10 ਸੈਂਟ ਲੋਕਾਂ ਨੂੰ ਤਨਖਾਹ ਮਿਲਦੀ ਸੀ 1 ਘੰਟੇ ਦੀ, 10 ਸੈਂਟ ਜੀ। ਔਰ ਉਸ ਵਕਤ ਜਿਸ ਵਕਤ ਚੈਲੰਜ ਕੀਤਾ ਸਾਡੀ ਕਮਿਊਨਿਟੀ ਨੇ ਕਿ ਅਸੀਂ ਆਪਣੇ ਭਰਾਵਾਂ ਨੂੰ ਅਸੀਂ ਉਤਾਰਨਾ ਇੱਥੇ, ਉਸ ਵੇਲੇ ਸਾਡੀ ਕਮਿਊਨਿਟੀ ਇਤਨੀ ਜੋਸ਼ ਵਿੱਚ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਜਿੰਨਾ ਵੀ ਪੈਸਾ ਇਕੱਠਾ ਕਰਨਾ ਪਵੇ ਅਸੀਂ ਲਾਵਾਂਗੇ ਔਰ ਆਪਣੇ ਭਰਾਵਾਂ ਨੂੰ ਇੱਥੇ ਉਤਾਰਾਂਗੇ। ਔਰ ਦੱਸਿਆ ਜਾਂਦਾ ਹਿਸਟੋਰੀਕਲੀ ਕਿ ਇੱਕ ਬੈਠਕ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਵਿੱਚ $40,000 ਲੋਕਾਂ ਨੇ ਉਹਨਾਂ ਦਿਨਾਂ 'ਚ ਇਕੱਠਾ ਕਰ ਲਿਆ ਆਪਣੀ ਕਮਿਊਨਿਟੀ ਦੇ ਜਿਹੜੇ ਜਹਾਜ਼ ਦੇ ਵਿੱਚ ਲੋਕ ਆਏ ਸਨ ਉਹਨਾਂ ਦੀ ਸਹਾਇਤਾ ਵਾਸਤੇ। ਜਿਸ ਤਰ੍ਹਾਂ ਬਾਬਾ ਗੁਰਦਿੱਤ ਸਿੰਘ ਜੀ ਉਹ ਜਹਾਜ਼ ਲੈ ਕੇ ਆਏ ਸੀ। ਇਹ ਸਾਰਾ ਇਤਿਹਾਸ ਅੱਜ ਕੱਲ੍ਹ ਬੜਾ ਕਾਮਨ ਤੌਰ 'ਤੇ ਆਪਾਂ ਨੂੰ ਮਿਲ ਜਾਂਦਾ, ਆਪਾਂ ਇਹਨੂੰ ਪੜ੍ਹ ਸਕਦੇ ਹਰ ਪਾਸਿਓਂ। ਤੋ ਉਸ ਵਕਤ ਕਮਿਊਨਿਟੀ ਦਾ ਜਿਹੜਾ ਜਜ਼ਬਾ ਬੜਾ ਸੀਗਾ। ਫਿਰ 1924 ਦਾ ਆਪਾਂ ਇੰਸੀਡੈਂਸ ਲਾ ਲੈਂਦੇ ਹਾਂ। 22-24 ਜਦੋਂ ਗੁਰੂ ਕੇ ਮੋਰਚੇ ਦਾ ਬਾਗ ਲੱਗਾ, ਮੋਰਚਾ ਲੱਗਾ, ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਉਸ ਵਕਤ 10 ਸਿੱਖਾਂ ਦਾ ਸ਼ਹੀਦੀ ਜਥਾ ਇੱਥੋਂ ਗਿਆ, ਉਹ ਵੈਨਕੂਵਰ ਤੋਂ ਕਿਉਂਕਿ ਬਹੁਤੇ ਸਿੱਖਾਂ ਨੂੰ ਸ਼ਾਇਦ ਇਸ ਗੱਲ ਬਾਰੇ ਗਿਆਨ ਨਹੀਂ। ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਲੱਗਦਾ ਹੈ, ਖਾਲਸਾ ਦੀਵਾਨ ਸੁਸਾਇਟੀ ਰਾਓ ਸਟਰੀਟ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਇਆ, ਪਰ ਇਹ ਸੁਸਾਇਟੀ ਪਹਿਲਾਂ ਹੋਣ ਦੇ ਵਿੱਚ ਸੀ। ਉਦੋਂ 10 ਸਿੰਘਾਂ ਦਾ ਜਿਹੜਾ ਜਥਾ ਸੀ ਉਸ ਮੋਰਚੇ ਦੇ ਵਿੱਚ ਗਿਆ, ਔਰ ਉਹ ਮੇਰਾ ਖਿਆਲ ਹੈ ਤੁਹਾਡੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ। ਉਹਦੇ ਬਾਰੇ ਮੈਨੂੰ ਅੱਛੀ ਤਰ੍ਹਾਂ ਯਾਦ ਨਹੀਂ, ਲੇਕਿਨ ਸ਼ਾਇਦ ਮੈਂ ਕਿਤੇ ਇਹਦਾ ਵਰਣਨ ਕੀਤਾ ਹੋਵੇ। ਅਤੇ ਇਹ ਜਥਾ ਇੱਥੋਂ ਗਿਆ ਵਿਕਟੋਰੀਆ ਤੋਂ ਫਿਰ ਅਮਰੀਕਾ ਤੋਂ ਸਾਰੇ ਪਾਸੇ ਘੁੰਮਦਾ ਹਾਂਗਕਾਂਗ ਸ਼ੰਘਾਈ ਤਾਈਂ ਹੁੰਦਾ ਹੈ, ਇਹ ਪੰਜਾਬ ਦੇਸ਼ ਵਿੱਚ ਗਿਆ। ਔਰ ਇਹ ਉਸ ਵਕਤ ਜਿਹੜੀ ਮੂਵਮੈਂਟ ਸੀ, ਬ੍ਰਿਟਿਸ਼ ਮੂਵਮੈਂਟ ਸੀ, ਕਿਉਂਕਿ ਉੱਥੇ ਅਖੰਡ ਪਾਠ ਰੱਖੇ ਸੀ ਜਿਹੜੇ ਭੰਗ ਕੀਤੇ ਗਏ ਸਨ, ਔਰ ਉਹਨੂੰ ਦੁਬਾਰਾ ਫਿਰ ਬਰਕਰਾਰ ਕੀਤਾ। ਤੁਹਾਨੂੰ ਯਾਦ ਹੋਊਗਾ ਐਟਲੀਸਟ ਮੈਂ ਬੱਚਾ ਸਾਂ ਜਿਸ ਵਕਤ ਪੰਜਾਬ ਦੇ ਵਿੱਚ ਗੱਡੀਆਂ ਪੜ੍ਹੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਗੱਡੀ ਭਰ ਕੇ ਸਪੈਸ਼ਲ ਤੋਰੀ ਸਿੱਧੀ ਗਈ ਪੰਜਾ ਸਾਹਿਬ ਨੂੰ। ਤਾਂ ਉਸ ਵੇਲੇ ਜਿਹੜੇ ਗੁਰੂ ਕੇ ਮੋਰਚੇ ਦੇ ਜਿਹੜੇ ਸਿੱਖ ਸਨ ਜਿਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ, ਉਹਨਾਂ ਨੂੰ ਫਿਰ ਇਹਨਾਂ ਨੇ ਇੱਧਰ ਪਸ਼ਾਵਰ ਵੱਲਾਂ ਜੇਲ੍ਹ ਕਰਨ ਵਾਸਤੇ ਭੇਜਿਆ ਗਿਆ ਸੀ, ਜਿੱਥੇ ਕਿ ਸਿੰਘਾਂ ਨੂੰ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਸੀ। ਤਾਂ ਉਹਨਾਂ ਪੰਜਾ ਸਾਹਿਬ ਦੇ ਵਿੱਚ ਗੱਡੀ ਰੋਕੀ ਸੀ। ਸੋ ਇਹ ਪੰਜਾ ਸਾਹਿਬ ਦਾ ਜਿਹੜਾ ਸਾਕਾ ਹੈ, ਇਹਦੀ ਗੱਲਬਾਤ ਵੀ ਕਰਾਂਗੇ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਕੇ, ਕਿਉਂਕਿ ਇਤਿਹਾਸ ਨੂੰ ਤੁਸੀਂ ਚੇਤੇ ਕਰਾਇਆ। ਉਹ ਇਤਿਹਾਸ ਦੇ ਪੰਨੇ ਜਿਹੜੇ ਬਹੁਤੇ ਯੰਗ ਜਨਰੇਸ਼ਨ ਭੁੱਲ ਬੈਠੀ ਸੀ, ਉਹਨਾਂ ਨੂੰ ਚੇਤੇ ਕਰਾਇਆ। ਪ੍ਰੋਗਰਾਮ ਸ਼ਾਮਲ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤੁਹਾਨੂੰ ਕੰਟੀਨਿਊ ਰੱਖਣਾ, ਇੱਕ ਵੱਡਾ ਸੈਗਮੈਂਟ ਹੀ ਤਿਆਰ ਕਰਨਾ ਪੈਣਾ।